ਸੋ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਵਡਿਆਈ ਅੱਜ ਵੀ ਆਪਾਂ ਸਰਵਣ ਕਰਨੀ ਹੈ। ਆਓ ਸਤਿਗੁਰੂ ਗੁਰੂ ਨਾਨਕ ਸਾਹਿਬ ਨੂੰ ਹਾਜ਼ਰ ਜਾਣਦੇ ਹੋਏ ਮਨੇ ਬਿਰਤੀਆਂ ਇਕਾਗਰ ਕਰੀਏ। ਦੋਨੋਂ ਹੱਥ ਜੋੜ ਕੇ ਸਾਹਿਬਾਂ ਨੂੰ ਸੀਸ ਝੁਕਾਉਂਦੇ ਹੋਏ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਭਾਨ ਚੜਿਓ ਕਿ ਮਛਾਨਿਓ ਰਹੈ। ਭਾਈ ਸਾਹਿਬ ਭਾਈ ਰਤਨ ਸਿੰਘ ਭੰਗੂ ਕਹਿੰਦੇ ਗੁਰੂ ਨਾਨਕ ਸਾਹਿਬ ਦਾ ਪ੍ਰਤਾਪ ਇਸ ਤਰ੍ਹਾਂ ਜਿਵੇਂ ਸੂਰਜ ਹੋਵੇ, ਜਿਵੇਂ ਸੂਰਜ ਪ੍ਰਕਾਸ਼ਮਾਨ ਹੋਵੇ ਤੇ ਲੁਕ ਨਹੀਂ ਸਕਦਾ। ਲੱਖ ਬਾਦਲ ਜੋ ਢਾਪਿਓ ਰਚ ਹੈ। ਲੱਖਾਂ ਹੀ ਬਾਦਲ ਧੁੰਦ ਦੇ ਆ ਜਾਣ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਪ੍ਰਤਾਪ ਵੀ ਐਸਾ ਹੈ ਕਿ ਜਿਸ ਤਰ੍ਹਾਂ ਲੱਖਾਂ ਬੱਦਲ ਆ ਜਾਣ ਸੂਰਜ ਦੇ ਤੇਜ ਨੂੰ ਨਹੀਂ ਲੁਕਾ ਸਕਦੇ, ਇਸੇ ਤਰ੍ਹਾਂ ਲੱਖਾਂ ਬੱਦਲਾਂ ਵਰਗੇ ਨਿੰਦਕ ਤੇ ਈਰਖਾਲੂ ਲੋਕ ਆ ਜਾਣ, ਪਰ ਸੱਚ ਹੈ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਪ੍ਰਤਾਪ ਨੂੰ, ਤੇਜ ਨੂੰ ਲੁਕਾ ਨਹੀਂ ਸਕਦੇ। ਜਿਮ ਜਿਮ ਬਾਬੇ ਕੀ ਚਰਚਾ ਭਈ। ਜਿਉਂ-ਜਿਉਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਚਹੁਜ ਵਰਤਾਉਂਦੇ ਨੇ, ਸੱਚੇ ਪਾਤਸ਼ਾਹ ਦੀ ਜੈ ਜੈਕਾਰਾਂ ਹੋ ਰਹੀਆਂ, ਧੰਨ ਗੁਰੂ ਨਾਨਕ ਸਾਹਿਬ ਦੇ ਨਾਮ ਦੀ ਚਰਚਾ ਘਰ ਘਰ ਦੇ ਅੰਦਰ ਹੋ ਰਹੀ ਹੈ। ਘਰ ਘਰ ਬਾਬਾ ਗਾਵੀਐ, ਵੱਜਣ ਤਾਲ ਮਰਦੰਗ ਰਬਾਬਾ, ਸਾਰੀ ਸਤ ਕਰਤਾਰ ਦੀਆਂ ਧੁਨੀਆਂ ਛੇੜ ਕੇ ਗੁਰੂ ਨਾਨਕ ਦੀ ਚਰਚਾ ਕਰਦੇ ਨੇ। ਥੋੜੇ ਹੀ ਮੈਂ ਬਹੁ ਫੈਲ ਗਈ। ਥੋੜੇ ਜੇ ਸਮੇਂ ਦੇ ਵਿੱਚ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਤਾਪ, ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਤੇਜ ਪੂਰੇ ਸੰਸਾਰ ਦੇ ਤਖਤੇ ਤੇ ਬਹੁਤ ਫੈਲ ਗਿਆ। ਜਿਸ ਨਰ ਕੋ ਹੋਏ ਸੀਤ ਦਬਾਇਓ। ਕਹਿੰਦੇ ਜਿਸ ਤਰ੍ਹਾਂ ਕਿਸੇ ਬੰਦੇ ਨੂੰ ਠੰਡ ਲੱਗਦੀ ਹੋਵੇ, ਕਿਸੇ ਨੂੰ ਸੰਸਾਰ ਤੇ ਸਰੀਰਕ ਸਰਦੀ ਲੱਗਦੀ ਹੋਵੇ, ਕਿਮ ਨਾ ਚੋਗ ਵੱਲ ਅਗਨ ਸਿਧਾਇਓ। ਕਹਿੰਦੇ ਠੰਡ ਲੱਗ ਰਹੀ ਹੋਏ ਬੰਦੇ ਨੂੰ ਤੇ ਅਗਨੀ ਵੱਲ, ਅੱਗ ਵੱਲ ਭੱਜਦਾ ਕਿ ਅੱਗ ਸੇਕਾਂਗਾ ਤੇ ਠੰਡ ਦੂਰ ਹੋਵੇਗੀ। ਇਸੇ ਤਰ੍ਹਾਂ ਦੁਨੀਆ ਦੇ ਵਿੱਚ ਜਿਨ੍ਹਾਂ ਨੂੰ ਦੁੱਖਾਂ ਦੀ ਠੰਡ ਲੱਗਦੀ ਹੈ ਉਹ ਸਤਿਗੁਰੂ ਦੀ ਗੋਦ ਵੱਲ ਭੱਜਦੇ ਨੇ ਕਿ ਦੁੱਖਾਂ ਤੋਂ ਜੇ ਕੋਈ ਛੁਟਕਾਰਾ ਦਿਵਾ ਸਕਦਾ ਹੈ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਦਿਵਾ ਸਕਦੇ ਨੇ। ਜੇ ਝੋਲੀ ਵਿੱਚ ਕੋਈ ਦਾਤ ਪਾ ਸਕਦਾ ਹੈ, ਗੁਰੂ ਨਾਨਕ ਪਾ ਸਕਦੇ ਨੇ। ਇਸੇ ਕਰਕੇ ਬਚਨ ਆਉਂਦਾ, ਮਨ ਬਾਛਤ ਫਲ ਪਾਵੈ ਸੋਈ, ਦੁਖ ਨਾ ਤਿਸੈ ਵਿਆਪਤ ਕੋਈ। ਗੁਰੂ ਨਾਨਕ ਸਾਹਿਬ ਦਾ ਘਰ ਉਹ ਘਰ ਹੈ ਜਿੱਥੇ ਮਨੇ ਇੱਛਾ ਮੁਰਾਦਾਂ ਪੂਰੀਆਂ ਹੁੰਦੀਆਂ ਨੇ। ਦੁਨੀਆ ਦੁਖਤ ਹੁਤੀ ਥੀ ਘਨੀ। ਕਹਿੰਦੇ ਸੰਸਾਰ ਦੇ ਤਖਤੇ ਤੇ ਲੋਕ ਬਹੁਤ ਦੁਖੀ ਨੇ। ਬਾਲੀ ਰੋਵੈ ਨਹੀਂ ਪਤਾਰ ਨਾਨਕ ਦੁਖੀਆ। ਸਭ ਸੰਸਾਰ ਕਿਸੇ ਵੀ ਘਰ ਨੂੰ ਵੇਖੋ ਤੇ ਦੁੱਖਾਂ ਦੇ ਨਾਲ ਭਰਿਆ ਹੋਇਆ ਹੈ। ਦਰਸ਼ਨ ਪਾਏ ਭਈ ਸੁਖ ਮਨੀ। ਪਰ ਗੁਰੂ ਨਾਨਕ ਸਾਹਿਬ ਦੇ ਦੀਦਾਰੇ ਐਸੇ ਨੇ, ਜਿਹੜਾ ਦੀਦਾਰੇ ਕਰ ਲੈਂਦਾ ਉਹਦੇ ਦੁੱਖ ਦੂਰ ਹੋ ਜਾਂਦੇ ਤੇ ਸੁੱਖਾਂ ਦੀ ਮਣੀ ਮਿਲ ਜਾਂਦੀ। ਖਾਲਸਾ ਜੀ, ਇਹ ਸੱਚ ਹੈ। ਸੰਸਾਰ ਤੇ ਬੰਦਾ ਮੰਗਦਾ ਤੇ ਸੁੱਖ ਹੈ, ਪਰ ਝੋਲੀ ਵਿੱਚ ਦੁੱਖ ਹੀ ਪੈਂਦਾ। ਕਿਉਂ? ਕਿਉਂਕਿ ਸਾਡੇ ਕਰਮ ਸੁੱਖਾਂ ਵਾਸਤੇ ਤੇ ਤਿਆਰ ਨੇ, ਦੁੱਖਾਂ ਵਾਸਤੇ ਤਿਆਰ ਨਹੀਂ। ਪਰ ਸਤਿਗੁਰੂ ਤੋਂ ਇਹ ਮੰਗਣਾ ਚਾਹੀਦਾ, ਰਾਜ ਨਾ ਚਾਹੋ ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾਰੇ, ਕਿ ਮੈਨੂੰ ਆਪਣੇ ਚਰਨਾਂ ਦੀ ਪ੍ਰੀਤ ਦੇ। ਜੇ ਚਰਨਾਂ ਦੀ ਪ੍ਰੀਤ ਮਿਲ ਜਾਵੇ ਤੇ ਸੰਸਾਰ ਦਾ ਸਭ ਤੋਂ ਵੱਡਾ ਸੁੱਖ ਮਿਲ ਜਾਂਦਾ ਹੈ। ਖਾਲਸਾ ਜੀ, ਸੋ ਭਾਈ ਸਾਹਿਬ ਭਾਈ ਰਤਨ ਸਿੰਘ ਭੰਗੂ ਕਹਿੰਦੇ ਜਿਹੜਾ ਦੀਦਾਰੇ ਕਰਦਾ ਉਹਦੇ ਦੁੱਖ ਕੱਟੇ ਜਾਂਦੇ ਨੇ। ਤਾਈਓ ਅਰਦਾਸ ਚ ਪੜ੍ਹਦੇ, ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁੱਖ ਜਾਏ। ਵੇਖਦਿਆਂ ਹੀ ਦੁੱਖ ਦੂਰ ਹੋ ਜਾਂਦੇ ਨੇ, ਪਰ ਦਰਸ਼ਨ ਕਰਨ ਦੀ ਜਾਚ ਹੋਣੀ ਚਾਹੀਦੀ ਹੈ। ਗੁਰੂ ਨਾਨਕ ਅੱਜ ਵੀ ਹੋਈ ਹੈ, ਗੁਰੂ ਹਰਿਕ੍ਰਿਸ਼ਨ ਸਾਹਿਬ ਅੱਜ ਵੀ ਹੋਈ ਨੇ, ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਵਰਤ ਰਹੇ ਨੇ। ਪਰ ਮਾਫ ਕਰਨਾ ਖਾਲਸਾ ਜੀ, ਜੇ ਗੁਰੂ ਗ੍ਰੰਥ ਸਾਹਿਬ ਦੇ ਦੀਦਾਰੇ ਕੀਤਿਆਂ ਦੁੱਖ ਦੂਰ ਨਹੀਂ ਹੋ ਰਿਹਾ ਤੇ ਸਮਝ ਲਿਓ ਸਾਡੇ ਝੁਕਣ ਦੇ ਵਿੱਚ ਕਿਤੇ ਨਾ ਕਿਤੇ ਕਮੀ ਰਹਿ ਗਈ ਹੈ। ਜੇ ਝੁਕਣਾ ਆ ਜਾਵੇ, ਇਹ ਸਤਿਗੁਰੂ ਤੇ ਏਡਾ ਬਖਸ਼ੰਦ ਹੈ, ਮੋਢਿਆਂ ਤੋਂ ਚੁੱਕ ਕੇ ਕਲਾਵੇ ਵਿੱਚ ਲੈ ਕੇ ਕਵੇਗਾ, ਸਿੱਖਾ ਆ ਮੈਂ ਤੇਰੀ ਝੋਲੀ ਵਿੱਚ ਦਾਤ ਪਾਵਾਂ। ਜਿੱਦਣ ਕੋਈ ਪਿਆਰ ਦੇ ਨਾਲ ਘਰੋਂ ਚੱਲੇ ਨਾ ਤੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰਕੇ ਕੋਈ ਘਰੋਂ ਨਿਕਲੇ, ਸੱਚ ਜਾਣਿਓ
ਜਿਹੜੀ ਭਾਵਨਾ ਲੈ ਕੇ ਘਰੋਂ ਨਿਕਲੋਗੇ, ਤੁਹਾਡੇ ਗੁਰੂ ਘਰ ਪਹੁੰਚਣ ਤੋਂ ਪਹਿਲਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਤਖਤ ਤੇ ਸੁਭਾਇਮਾਨ ਹੋ ਕੇ ਹੱਥ ਵਿੱਚ ਦਾਤ ਲੈ ਕੇ ਆਪਣੇ ਸਿੱਖ ਦੀ ਉਡੀਕ ਕਰ ਰਹੇ ਹੋਣਗੇ ਕਿ ਮੇਰਾ ਸਿੱਖ ਪਿਆਰਾ ਤੁਰ ਕੇ ਆ ਰਿਹਾ, ਦਾਤ ਲੈਣ ਵਾਸਤੇ ਆ ਰਿਹਾ। ਸੋ ਇੱਥੇ ਮਨੇ ਇੱਛਾ ਮੁਰਾਦਾਂ ਪੂਰੀਆਂ ਹੁੰਦੀਆਂ। ਐਸਾ ਬਖਸ਼ਿੰਦ ਦਰ ਹੈ ਗੁਰੂ ਨਾਨਕ ਸਾਹਿਬ ਦਾ। ਸਿੱਧ ਸਾਧ ਜੋ ਹਿੰਦੂ ਤੁਰਕੋ। ਭਾਈ ਰਤਨ ਸਿੰਘ ਭੰਗੂ ਕਹਿੰਦੇ ਸਨਾਤਨ ਮਤ ਦੇ ਤੇ ਇਸਲਾਮ ਮਤ ਦੇ ਜਿਹੜੇ ਸਿੱਧ ਸਾਧ ਪੀਰ ਫਕੀਰ ਜਿੰਨੇ ਵੀ ਸਨ, ਹੁਤੋ ਜਿਨੋ ਮੈਂ ਕਿਸ ਥੋ ਜੁਰਕੋ। ਕਹਿੰਦੇ ਮਾੜੀ ਮੋਟੀ ਕਰਾਮਾਤ ਤਾਕਤ ਰਿੱਧੀ ਸਿੱਧੀ ਜੇ ਕਿਸੇ ਕੋਲ ਹੁੰਦੀ ਸੀ, ਉਹ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਜਦੋਂ ਤੇਜ ਵੇਖਦਾ ਸੀ, ਸੱਚੇ ਪਾਤਸ਼ਾਹ ਦੀ ਜੈ ਜੈਕਾਰ ਸੁਣਦਾ ਸੀ, ਕਹਿੰਦੇ ਮਾੜੀਆਂ ਮੋਟੀਆਂ ਕਰਾਮਾਤਾਂ ਰਿੱਧੀਆਂ ਸਿੱਧੀਆਂ ਧੰਨ ਗੁਰੂ ਨਾਨਕ ਸਾਹਿਬ ਦੇ ਤੇਜ ਦੇ ਸਾਹਮਣੇ ਵਿਅਰਥ ਹੋ ਜਾਂਦੀਆਂ ਨੇ। ਸੁਣ ਸੁਣ ਅਚਰਜ ਸਭ ਚੱਲ ਆਏ। ਕਹਿੰਦੇ ਨੇ ਸਾਰੇ ਪੀਰ ਫਕੀਰ ਓਲੀਏ ਅਵਤਾਰ ਗੰਧਰਵ ਫਰਿਸ਼ਤੇ ਸਾਰੇ ਹੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਆਉਂਦੇ, ਸ਼ਰਨ ਵਿੱਚ ਆਉਂਦੇ ਨੇ। ਦੇਖ ਭਾਲ ਸਭ ਹਾਰ ਸਿਧਾਏ। ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਆ ਕੇ ਕਰਾਮਾਤਾਂ ਵਿਖਾਉਂਦੇ ਨੇ, ਸੱਚੇ ਪਾਤਸ਼ਾਹ ਨੂੰ ਰਿੱਧੀਆਂ ਸਿੱਧੀਆਂ ਵਿਖਾਉਂਦੇ ਆ। ਪਰ ਖਾਲਸਾ ਜੀ ਸੰਸਾਰ ਦੇ ਤਖਤੇ ਦੇ ਉੱਤੇ ਗੁਰੂ ਨਾਨਕ ਕਰਾਮਾਤਾਂ ਨਾਲ ਰਿੱਧੀਆਂ ਸਿੱਧੀਆਂ ਨਾਲ ਨਹੀਂ ਰੀਝਦਾ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਤੇ ਪਿਆਰ ਨਾਲ ਰੀਝਦੇ ਨੇ। ਪਿਆਰ ਹੋਵੇ ਤੇ ਬਾਬਾ ਨਾਨਕ ਖੁਦ ਘਰ ਦਾ ਬੂਹਾ ਖੜਕਾਉਂਦਾ ਭਾਈ ਲਾਲੋ ਦਾ। ਤੇ ਖਾਲਸਾ ਜੀ ਜੇ ਪਿਆਰ ਨਾ ਹੋਵੇ, ਕਰਾਮਾਤਾਂ ਹੋਣ, ਰਿੱਧੀਆਂ ਸਿੱਧੀਆਂ ਹੋਣ, ਤੇ ਵੱਡੇ ਵੱਡੇ ਸਿੱਧਾਂ ਨੂੰ, ਬਾਲ ਗੁੰਦਾਈ ਵਰਗੇ ਫਕੀਰਾਂ ਨੂੰ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਭਵੰਟ ਨਹੀਂ ਦਿੰਦੇ ਨੇ। ਦੋਹਰਾ ਅਜਮਤੀਆਂ ਅਜਮਤ ਦੇਵੈ, ਗਿਆਨੀਆਂ ਗਿਆਨ ਸੁਣਾਏ। ਕਹਿੰਦੇ ਜਿਹੜਾ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਕੋਲ ਆਉਂਦਾ ਅਜ਼ਮਤਾਂ ਵਿਖਾਉਣ ਵਾਸਤੇ, ਆਪਣੀ ਕਰਾਮਾਤ ਦੇ ਹੰਕਾਰ ਦੇ ਨਾਲ, ਅਜ਼ਮਤ ਦੇ ਹੰਕਾਰ ਦੇ ਨਾਲ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉਹਦੀ ਅਜ਼ਮਤ ਦਾ, ਉਹਦੀ ਕਰਾਮਾਤ ਦਾ ਹੰਕਾਰ ਤੋੜਦੇ ਨੇ। ਤੇ ਜਿਹੜਾ ਕੋਈ ਗਿਆਨੀ ਆਪਣੇ ਗਿਆਨ ਦਾ ਹੰਕਾਰ ਲੈ ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜ ਕੋਲ ਆਉਂਦਾ, ਸੱਚੇ ਪਾਤਸ਼ਾਹ ਉਹਦੇ ਗਿਆਨ ਦਾ ਹੰਕਾਰ ਤੋੜਦੇ। ਹੰਕਾਰ ਭਾਵੇਂ ਧਰਮ ਦਾ ਹੋਵੇ, ਭਾਵੇਂ ਤਪੱਸਿਆ ਦਾ ਹੋਵੇ, ਹੰਕਾਰ ਮਾੜਾ ਬੜਾ ਹੈ, ਕਿਉਂਕਿ ਹਉਮੈ ਨਾਵੈ ਨਾਲ ਵਿਰੋਧ ਹੈ, ਦੋਇ ਨਾ ਵਸੈ ਇਕ ਥਾਏ। ਹਰ ਜੀਓ ਅਹੰਕਾਰ ਨਾ ਭਾਵਈ। ਜੇ ਇੱਕ ਦਿਨ ਜਪਜੀ ਸਾਹਿਬ ਕਰਕੇ ਹੰਕਾਰ ਕਰ ਲਿਆ ਕਿ ਜਪਜੀ ਸਾਹਿਬ ਮੈਂ ਕੀਤਾ ਤੇ ਸਿੱਖਾ, ਫਿਰ ਪ੍ਰਵਾਨ ਨਹੀਂ ਹੋਣੀ। ਇੱਥੇ ਤੇ ਇਹ ਕਹਿਣਾ ਪਵੇਗਾ ਕਿ ਆਪ ਜਪਾਏ ਜਪੇ ਸੋ ਨਾਉ, ਆਪ ਗਵਾਏ ਸੋ ਹਰ ਗੁਣ ਗਾਓ। ਸੋ ਇੱਥੇ ਭਾਵੇਂ ਕਿਸੇ ਨੂੰ ਆਪਣੇ ਗਿਆਨ ਦਾ ਹੰਕਾਰ ਹੋਵੇ, ਤੇ ਸੱਚ ਹੈ ਜੇ ਬਾਬੇ ਦਾ ਮਿਹਰ ਭਰਿਆ ਹੱਥ ਸਿਰ ਤੇ ਨਾ ਹੋਵੇ ਖਾਲਸਾ ਜੀ, ਤੇ ਇੱਕ ਸ਼ਬਦ ਵੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਬੋਲਿਆ ਨਹੀਂ ਜੇ ਜਾਂਦਾ। ਜੇ ਹੰਕਾਰ ਹੋਵੇ ਆਪਣੇ ਗਿਆਨ ਦੇ ਉੱਤੇ, ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਕੀਤੀਆਂ ਬਾਤਾਂ ਫਿੱਕੀਆਂ ਪੈ ਜਾਂਦੀਆਂ। ਇਸ ਕਰਕੇ ਇੱਥੇ ਨਿਵੈ ਸੋ ਗੌਰਾ ਹੋਏ, ਨਮਾਣਾ ਹੋ ਜਾਵੇ ਤੇ ਸੱਚੇ ਪਾਤਸ਼ਾਹ ਉੱਚਾ ਚੁੱਕਦੇ ਨੇ, ਮਾਣ ਬਖਸ਼ਦੇ ਨੇ। ਜੈਸੀ ਮਨਸਾ ਕਰ ਆਵੇ ਤੈਸੋ ਦੈ ਸਮਝਾਏ। ਕਹਿੰਦੇ ਜਿਵੇਂ ਦੀ ਕੋਈ ਮਨਸਾ ਮਨ ਵਿੱਚ ਧਾਰ ਕੇ, ਭਾਵਨਾ ਧਾਰ ਕੇ ਗੁਰੂ ਨਾਨਕ ਸਾਹਿਬ ਕੋਲ ਆਉਂਦਾ, ਸੱਚੇ ਪਾਤਸ਼ਾਹ ਉਸੇ ਭਾਵਨਾ ਦੇ ਮੁਤਾਬਕ ਉਪਦੇਸ਼ ਦੇ ਕਰਕੇ ਨਾਮ ਦਾ ਸਮਝਾਉਂਦੇ ਨੇ, ਉਹਦੀ ਭਾਵਨਾ ਦੇ ਮੁਤਾਬਕ ਹੀ ਉਪਦੇਸ਼ ਦਿੰਦੇ ਨੇ। ਚੌਪਈ ਬਾਬੇ ਕੋ ਉਦਾਸੀ ਆਈ। ਸੋ ਖਾਲਸਾ ਜੀ ਭਾਈ ਰਤਨ ਸਿੰਘ ਭੰਗੂ ਕਹਿੰਦੇ ਸਿੱਧ ਪੀਰ ਫਕੀਰ ਓਲੀਏ ਅਵਤਾਰ ਤੇ ਬਹੁਤ ਤਾਰੇ, ਸੱਚੇ ਪਾਤਸ਼ਾਹ ਦਾ ਤੇਜ ਵਧਿਆ ਵੱਧਦਾ ਰਿਹਾ। ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੇਖਿਆ ਸੰਸਾਰ ਬਹੁਤ ਦੁਖੀ ਹੈ, ਨਾਮ ਤੋਂ ਟੁੱਟ ਚੁੱਕਿਆ ਹੈ, ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਅਵਸਥਾ ਉਪਰਾਮ ਚਿਤ ਹੋ ਗਈ, ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸੰਸਾਰ ਦੀ ਉਦਾਸੀਆਂ ਵਾਸਤੇ ਨਿਕਲਣ ਲੱਗੇ। ਬਾਬੇ ਸੁਰਤ ਪਰਦੇਸਾਂ ਲਾਈ। ਪਰਾਏ ਦੇਸ਼ਾਂ ਵੱਲ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਸੁਰਤ ਦੇ ਨਾਲ ਜਦੋਂ ਤੱਕਿਆ, ਲੈ ਮਰਦਾਨੋਂ ਸਾਥ ਰਲਾਏ। ਤਾਂ ਵੇਖਿਆ ਕਿ ਸੰਸਾਰ ਦੁਖੀ ਹੈ। ਘਰ ਘਰ ਜਾ ਕਰਕੇ ਸੰਸਾਰ ਦੇ ਲੋਕਾਂ ਨੂੰ ਨਾਮ ਦਾ ਉਪਦੇਸ਼ ਦਿੱਤਾ। ਸੱਚੀ ਗੱਲ ਹੈ, ਮੇਰਾ ਨਿੱਜੀ ਅਨੁਭਵ ਹੈ ਖਾਲਸਾ ਜੀ,
ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਿੱਖ ਹੋਣ ਦਾ ਦਾਅਵਾ ਕਰਨਾ ਤੇ ਬੜਾ ਸਖਲ ਹੈ, ਪਰ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ਰੱਬ ਦੇ ਨਾਮ ਦਾ ਪ੍ਰਚਾਰ ਕੀਤਾ ਉਹ ਸਾਥੋਂ ਨਾ ਹੋਇਆ ਤੇ ਨਾ ਹੋ ਸਕਦਾ, ਕਿਉਂਕਿ ਅੱਜ ਕੱਲ ਉੱਥੇ ਜਾ ਕੇ ਹੀ ਪ੍ਰਚਾਰ ਕੀਤਾ ਜਾਂਦਾ ਜਿੱਥੋਂ ਸੱਦਾ ਆਵੇ, ਜਿੱਥੋਂ ਮਾਨ ਸਨਮਾਨ ਮਿਲੇ, ਜਿੱਥੋਂ ਸਿਰੋਂ ਪਾਉ ਮਿਲਣ। ਪਰ ਧੰਨ ਗੁਰੂ ਨਾਨਕ ਸਾਹਿਬ ਨੇ ਉਹਨਾਂ ਥਾਵਾਂ ਤੇ ਵੀ ਜਾ ਕੇ ਰੱਬ ਦੇ ਨਾਮ ਦਾ ਹੋਕਾ ਦਿੱਤਾ ਜਿੱਥੋਂ ਚੋਜੀ ਪਿਆਰੇ ਬਾਬੇ ਨਾਨਕ ਨੂੰ ਰੋੜੇ ਵੀ ਵੱਜੇ, ਪੱਥਰ ਵੀ ਵੱਜੇ। ਸੋ ਗੁਰੂ ਨਾਨਕ ਸਾਹਿਬ ਅੱਗੇ ਅਰਦਾਸ ਕਰੀਏ, ਪਾਤਸ਼ਾਹ ਦਾਵਾ ਤੇ ਕਰਦੇ ਆ ਪਰ ਸਿੱਖੀ ਵੀ ਝੋਲੀ ਵਿੱਚ ਪਾ ਦਿਓ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਨਾਲ ਭਾਈ ਮਰਦਾਨੇ ਨੂੰ ਲਿਆ, ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਨਾਲ ਭਾਈ ਮਰਦਾਨਾ ਜੀ ਵੀ ਉਦਾਸੀਆਂ ਤੇ ਰਵਾਨਾ ਹੋਏ। ਲਿਓ ਰਬਾਬ ਉਨ ਮੋਢੇ ਚਾਏ, ਭਾਈ ਮਰਦਾਨਾ ਜੀ ਨੇ ਬੜੇ ਚਾਵਾਂ ਦੇ ਨਾਲ ਮੋਢੇ ਤੇ ਰਬਾਬ ਲੈ ਲਈ। ਜੈ ਬਾਬੇ ਕੋ ਖੁਸ਼ੀ ਚਿਤ ਆਵੇ, ਕਹਿੰਦੇ ਜਿਸ ਥਾਂ ਦੇ ਉੱਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਮੌਜ ਹੋਣੀ, ਰਬਾਬ ਬਜਾਏ ਸ਼ਬਦ ਬਹਿ ਗਾਵੇ। ਕਹਿੰਦੇ ਉਸੇ ਥਾਂ ਤੇ ਚੌਂਕੜਾ ਲਾ ਲੈਣਾ। ਸੱਚੇ ਪਾਤਸ਼ਾਹ ਰੱਬੀ ਰੰਗ ਦੇ ਵਿੱਚ ਸਰੂਰੇ ਜਾਣੇ। ਭਾਈ ਮਰਦਾਨੇ ਨੇ ਰਬਾਬ ਵਜਾਉਣੀ, ਸੱਚੇ ਪਾਤਸ਼ਾਹ ਨੇ ਬਾਣੀ ਉਚਾਰਨੀ। ਰਬਾਬ ਨੂੰ ਨਾਲ ਰੱਖਣ ਦਾ ਇੱਕ ਕਾਰਨ ਇਹ ਵੀ ਹੈ ਕਿ ਰਬਾਬ ਦੇ ਵਿੱਚ ਸੁਰ ਵੀ ਹੈ ਤੇ ਰਬਾਬ ਦੇ ਵਿੱਚ ਤਾਲ ਵੀ ਹੈ। ਰਬਾਬ ਵਜਾਉਣ ਵੇਲੇ ਖਾਲਸਾ ਜੀ ਦੋ ਗੱਲਾਂ ਇਕੱਠੀਆਂ ਹੋ ਜਾਂਦੀਆਂ, ਉਹਦੇ ਵਿੱਚੋਂ ਸੁਰ ਵੀ ਨਿਕਲਦਾ ਹੈ ਤੇ ਤਬਲੇ ਦੇ ਵਾਲੀ ਤਾਲ ਵੀ ਨਿਕਲਦੀ ਹੈ। ਤਬਲਾ ਵਜਾਉਣ ਦੀ ਲੋੜ ਨਹੀਂ ਪੈਂਦੀ ਜੇ ਨਾਲ ਰਬਾਬ ਹੋਵੇ। ਸੋ ਭਾਈ ਮਰਦਾਨਾ ਜੀ ਨੇ ਰਬਾਬ ਨਾਲ ਲਈ, ਰਬਾਬ ਵਜਾਉਂਦੇ ਨੇ। ਤੇ ਸੱਚ ਹੈ ਭਾਈ ਮਰਦਾਨੇ ਨੇ ਰਬਾਬ ਕੇਵਲ ਬਾਹਰ ਹੀ ਨਹੀਂ ਵਜਾਈ। ਰਬਾਬੀ ਸੰਸਾਰ ਤੇ ਬੜੇ ਨੇ, ਮੰਨੇ ਪਰਮੰਨੇ ਨੇ, ਪਰ ਗੁਰੂ ਨਾਨਕ ਦੇ ਘਰ ਵਿੱਚ ਉਹਦੀ ਰਬਾਬ ਪ੍ਰਵਾਨ ਹੋਈ ਜਿਨੇ ਅੰਦਰਲੀ ਰਬਾਬ ਵਜਾਈ। ਤੇਰਾ ਜਨ ਨਿਰਤ ਕਰੈ ਗੁਣ ਗਾਵੈ, ਰਬਾਬ ਪਖਾਵਜ ਤਾਲ ਘੁੰਗਰੂ, ਅਨਹਤ ਸ਼ਬਦ ਬਜਾਵੈ। ਭਾਈ ਮਰਦਾਨੇ ਨੇ ਅੰਦਰਲੀ ਰਬਾਬ ਵਜਾ ਕਰਕੇ ਬਾਬੇ ਦੀ ਖੁਸ਼ੀ ਲੈ ਲਈ। ਸਿੱਧ ਸਾਧਕ ਓ ਪੀਰ ਮੁਰੀਦ, ਕਹਿੰਦੇ ਜਿੰਨੇ ਵੀ ਸਿੱਧ ਪੁਰਸ਼ ਸਨ, ਜਿੰਨੇ ਵੀ ਸਾਧ ਸਨ, ਪੀਰ ਫਕੀਰ ਸਨ, ਦੇਖ ਭਾਲ ਹੋਏ ਅੱਗੇ ਤੁਰੀਦ। ਕਹਿੰਦੇ ਉਹ ਵੀ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਪ੍ਰਤਾਪ ਨੂੰ ਜਾਣਦੇ ਸਨ। ਬੜੀਆਂ ਥਾਵਾਂ ਤੇ ਭਾਰਤ ਦੇਸ਼ ਦੇ ਵਿੱਚ ਅੱਜ ਵੀ ਪੀਰ ਫਕੀਰ ਨੇ, ਉਸ ਸਮੇਂ ਵੀ ਬਹੁਤਾਤ ਵਿੱਚ ਸਨ। ਸਤਿਗੁਰੂ ਗੁਰੂ ਨਾਨਕ ਸਾਹਿਬ ਨੂੰ ਜਦੋਂ ਪਤਾ ਲੱਗਣਾ ਇਸ ਇਲਾਕੇ ਦੇ ਵਿੱਚ ਕੋਈ ਪੀਰ ਹੈ, ਕੋਈ ਸਿੱਧ ਹੈ, ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਪੀਰਾਂ ਫਕੀਰਾਂ ਦੀ ਭਾਲ ਕਰਕੇ ਖੁਦ ਉਹਨਾਂ ਦੇ ਕੋਲ ਪਹੁੰਚਣਾ। ਜੈ ਜੈ ਬਾਬਾ ਦੇ ਸਹਿ ਜਾਏ, ਕਹਿੰਦੇ ਜਿਸ ਦੇਸ਼ ਦੇ ਵਿੱਚ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਮੁਬਾਰਕ ਚਰਨ ਪਾਏ, ਦੇ ਉਪਦੇਸ਼ ਸਚ ਨਾਮ ਲਾਏ। ਸੱਚੇ ਪਾਤਸ਼ਾਹ ਜੀ ਨੇ ਉੱਥੇ ਜਾ ਕਰਕੇ ਨਾਮ ਦਾ ਉਪਦੇਸ਼ ਦਿੱਤਾ, ਸੱਚ ਦਾ ਉਪਦੇਸ਼ ਦਿੱਤਾ। ਪੀਰ ਪੈਗੰਬਰ ਦੇਵੀ ਦੇਵ, ਕਹਿੰਦੇ ਔਲੀਏ ਅਵਤਾਰ ਗੰਧਰਵ ਫਰਿਸ਼ਤੇ ਪੀਰ ਪੈਗੰਬਰ ਜਿੰਨੇ ਵੀ ਹੋਏ, ਦੂਰ ਕਰਾਈ ਇਨ ਕੀ ਸੇਵ। ਕਹਿੰਦੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ ਕਿ ਸੰਸਾਰ ਦੇ ਤਖਤੇ ਤੇ ਪੀਰਾਂ ਫਕੀਰਾਂ ਤੇ ਆਪੋ ਬਣੇ ਸਿੱਧਾਂ ਸਾਧਾਂ ਦੀ ਸੇਵਾ ਕਰਨ ਨਾਲੋਂ ਰੱਬ ਦੀ ਸੇਵਾ ਕਰਨ ਲੱਗ ਜਾਓ। ਉਹਦੇ ਮੰਗਤੇ ਬਣ ਜਾਓ ਜਿਹਦੇ ਇਹ ਵੀ ਮੰਗਤੇ ਨੇ। ਜਾਗਤ ਜੋਤ ਜਪੈ ਨਿਸਬਾਸੁਰ, ਏਕ ਬਿਨਾ ਮਨ ਨੈਕ ਨ ਆਨੈ। ਏਕੋ ਹੈ ਭਾਈ ਏਕੋ ਹੈ ਸਾਹਿਬ ਮੇਰਾ, ਏਕੋ ਹੈ। ਗੁਰੂ ਨਾਨਕ ਸਾਹਿਬ ਨੇ ਕਿਹਾ ਜੇ ਸੇਵਾ ਕਰਨੀ ਹੈ ਅਕਾਲ ਪੁਰਖ ਦੀ ਸੇਵਾ ਕਰ। ਇੱਕ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰ, ਕਿਉਂਕਿ ਸਾਰੇ ਔਲੀਏ ਅਵਤਾਰ ਗੰਧਰਵ ਫਰਿਸ਼ਤੇ ਵੀ ਉਸ ਪਰਮਾਤਮਾ ਦੇ ਦਰ ਦੇ ਮੰਗਤੇ ਨੇ। ਵੀਰ ਸਿੱਧ ਓ ਮੰਤਰ ਤੰਤਰ, ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਹਨਾਂ ਨੂੰ ਵੀ ਜਾ ਕੇ ਸਿੱਧਿਆਂ ਕੀਤਾ ਜਿਨ੍ਹਾਂ ਨੇ ਮੰਤਰ ਸਿੱਧ ਕਰਕੇ ਲੋਕਾਂ ਨੂੰ ਪਰੇਸ਼ਾਨ ਕੀਤਾ ਹੋਇਆ ਸੀ। ਸੁਨੇ ਨਾ ਕਹੇ ਜਾਲ ਜਿਉ ਤੰਤਰ, ਕਹਿੰਦੇ ਜਿਹੜੇ ਕਿਸੇ ਦੀ ਗੱਲ ਨਹੀਂ ਸਨ ਸੁਣਦੇ, ਪਰ ਆਪਣੇ ਜੰਤਰਾਂ ਮੰਤਰਾਂ ਤੰਤਰਾਂ ਦੇ ਨਾਲ ਖਾਲਸਾ ਜੀ ਜਾ ਕਰਕੇ ਲੋਕਾਂ ਨੂੰ ਡਰਾਉਂਦੇ ਸੀ। ਪੁਰਾਣੇ ਸਮੇਂ ਦੇ ਵਿੱਚ ਬਹੁਤ ਇਹ ਚੱਲਦਾ ਸੀ ਭਾਰਤ ਦੇਸ਼ ਵਿੱਚ ਕਿ ਮੰਤਰ ਸਿੱਧ ਕਰ ਲੈਣੇ ਤੇ ਬਾਅਦ ਵਿੱਚ ਲੋਕਾਂ ਨੂੰ ਪਰੇਸ਼ਾਨ ਕਰਨਾ, ਲੋਕਾਂ ਨੂੰ ਡਰਾਉਣਾ।
ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਰਪਾ ਕੀਤੀ, ਅਕਾਲੀ ਬਾਣੀ ਸਾਡੇ ਹਿਰਦੇ ਵਿੱਚ ਵਸਾਉਣ ਵਾਸਤੇ ਸਾਨੂੰ ਬਾਣੀ ਦੇ ਲੜ ਲਾਇਆ ਕਿ ਨਾ ਜੰਤਰ ਮੈਂ ਨਾ ਤੰਤਰ ਮੈਂ ਨਾ ਮੰਤਰ ਬਸ ਆਵਈ, ਪੁਰਾਣਿਓ ਕੁਰਾਨ ਨੇਤ ਨੇਤ ਕਹਿ ਬਤਾਵਈ। ਸੱਚੇ ਪਾਤਸ਼ਾਹ ਨੇ ਕਿਹਾ ਇਹ ਰੱਬ ਦਾ ਨਾਮ ਜੰਤਰਾਂ ਮੰਤਰਾਂ ਤੰਤਰਾਂ ਦੇ ਨਾਲ ਵਸ ਚ ਨਹੀਂ ਆਉਂਦਾ, ਪਿਆਰ ਨਾਲ ਵਸ ਚ ਆਉਂਦਾ। ਸੋ ਇਹ ਬੜਾ ਵਹਿਮ ਭਰਮ ਉਹਨਾਂ ਸਮਿਆਂ ਦੇ ਵਿੱਚ ਚੱਲਿਆ ਕਰਦਾ ਸੀ, ਇਸ ਕਰਕੇ ਸੱਚੇ ਪਾਤਸ਼ਾਹ ਨੇ ਨਾਮ ਦਾ ਉਪਦੇਸ਼ ਦਿੱਤਾ। ਗੂਗੋ ਲੰਜ ਉਹ ਭੂਤ ਜੋ ਪ੍ਰੇਤ। ਅੱਜ ਵੀ ਭਾਰਤ ਦੇ ਵਿੱਚ ਲੋਕ ਗੁੱਗਿਆਂ ਨੂੰ ਪੂਜਦੇ ਨੇ, ਮੜੀਆਂ ਨੂੰ ਪੂਜਦੇ ਨੇ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਗੁੱਗਿਆਂ ਦੀਆਂ ਮੜੀਆਂ ਦੀਆਂ ਪੂਜਾ ਕਰਨ ਤੋਂ ਰੋਕ ਕਰਕੇ ਪ੍ਰਮਾਤਮਾ ਦੀ ਪੂਜਾ ਕਰਨ ਵੱਲ ਲਾਇਆ, ਨਾਮ ਨੂੰ ਸੇਵਨ ਵੱਲ ਲਾਇਆ। ਕਿਉਂਕਿ ਖਾਲਸਾ ਜੀ ਮੰਗਣਾ ਉਹਦੇ ਤੋਂ ਚਾਹੀਦਾ ਜਿਹੜਾ ਦੇਣ ਵਾਲਾ ਹੋਵੇ। ਊਹਾਂ ਤੋਂ ਜਾਈਏ ਜੋ ਇਹਾਂ ਨਾ ਹੋਏ, ਦੂਸਰੇ ਦੇ ਦਰ ਤੇ ਤਾਂ ਜਾਈਏ ਜੇ ਮਾਲਕ ਦੇ ਦਰ ਤੇ ਕੁਝ ਹੋਵੇ ਨਾ। ਤੇ ਜਿਸ ਮਾਲਕ ਦੇ ਅਸੀਂ ਮੁਰੀਦ ਆ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਰਹਿਮਤਾਂ ਦੇ ਬਖਸ਼ਿਸ਼ਾਂ ਦੇ ਖਜ਼ਾਨੇ ਲੈ ਕੇ ਬੈਠੇ ਆ। ਸਿੱਖ ਝੋਲੀ ਭਰਾਉਣ ਵਾਲਾ ਚਾਹੀਦਾ। ਪੁਰਾਣੇ ਸਮੇਂ ਦੇ ਵਿੱਚ ਅੱਜ ਵੀ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਕਈ ਦੇ ਥਾਵਾਂ ਦੇ ਉੱਤੇ ਭੂਤਾਂ ਪ੍ਰੇਤਾਂ ਦਾ ਬਹੁਤ ਵਹਿਮ ਭਰਮ ਕਰਦੇ ਨੇ। ਪਰ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਵਿੱਚ ਇੱਕ ਘਟਨਾ ਆਉਂਦੀ ਹੈ। ਕਲਗੀਆਂ ਵਾਲੇ ਪਾਤਸ਼ਾਹ ਦੇ ਦਰਬਾਰ ਵਿੱਚ ਕੋਈ ਸੱਜਣ ਆਇਆ ਤੇ ਆ ਕੇ ਸਿਰ ਘੁਮਾਉਣ ਲੱਗ ਪਿਆ। ਤੇ ਸੱਚੇ ਪਾਤਸ਼ਾਹ ਕਹਿੰਦੇ ਭਾਈ ਸੱਜਣਾ, ਇੱਥੇ ਇਸ ਦਰਬਾਰ ਦੇ ਵਿੱਚ ਆ ਕੇ ਪਖੰਡ ਨਾ ਕਰ। ਤੇ ਕੁਝ ਸਰੀਰ ਕਹਿਣ ਲੱਗੇ ਮਹਾਰਾਜ ਨੂੰ ਭੂਤ ਚਿੰਬੜਿਆ। ਕਲਗੀਆਂ ਵਾਲੇ ਹੱਸ ਕੇ ਕਹਿਣ ਲੱਗੇ ਭੂਤਾਂ ਨੂੰ ਭੂਤ ਨਹੀਂ ਚਿੰਬੜਦੇ। ਤੇ ਸੰਗਤ ਕਹਿਣ ਲੱਗੀ ਜੀ ਇਹਦਾ ਕੀ ਭਾਵ ਹੋਇਆ? ਕਹਿੰਦੇ ਜਿੰਨੇ ਕਦੇ ਉੱਠ ਕੇ ਜਪਜੀ ਸਾਹਿਬ ਨਹੀਂ ਕੀਤਾ ਉਹਦੇ ਤੋਂ ਵੱਡਾ ਭੂਤ ਕਿਹੜਾ? ਜਿਹੜਾ ਬਾਣੀ ਨਹੀਂ ਪੜਦਾ ਉਹਦੇ ਤੋਂ ਵੱਡਾ ਭੂਤ ਕਿਹੜਾ ਹੈ? ਤੇ ਭੂਤਾਂ ਨੂੰ ਭੂਤ ਨਹੀਂ ਚਿੰਬੜਦੇ ਭਾਈ। ਬਾਣੀ ਪੜਿਆ ਕਰੋ ਗੱਜ ਕੇ, ਬਾਣੀ ਪੜਿਆ ਕਰੋ ਪਿਆਰ ਦੇ ਨਾਲ। ਕੋਈ ਵੀ ਮਾੜੀ ਤਾਕਤ ਤੁਹਾਡੇ ਵੱਲ ਵੇਖ ਨਹੀਂ ਸਕੇਗੀ। ਦੂਰ ਕਰਾਏ ਇਨਕੇ ਹੇਤ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਐਸੇ ਵਹਿਮਾਂ ਭਰਮਾਂ ਪਖੰਡਾਂ ਤੋਂ ਤੋੜਿਆ, ਅਕਾਲ ਪੁਰਖ ਦੀ ਸੇਵਾ ਵਿੱਚ ਲਾਇਆ। ਦੋਹਰਾ ਤੁਰਕਨ ਕੈ ਹਿੰਦੂਆਂ ਆਨ ਕੈ, ਜੈ ਜੈ ਦੇਸ ਜਾਏ। ਕਹਿੰਦੇ ਭਾਵੇਂ ਤੁਰਕਾਂ ਦਾ, ਇਸਲਾਮ ਮਤ ਦਾ ਦੇਸ਼, ਭਾਵੇਂ ਹਿੰਦੂਆਂ ਦਾ, ਸਨਾਤਨ ਮਤ ਦਾ, ਭਾਵੇਂ ਮੁਲਤਾਨ ਹੈ, ਬਗਦਾਦ ਹੈ, ਮੱਕਾ ਮਦੀਨਾ ਹੈ, ਤੇ ਭਾਵੇਂ ਫਿਰ ਖਾਲਸਾ ਜੀ ਹਰਿਦੁਆਰ ਹੋਵੇ, ਬਨਾਰਸ ਹੋਵੇ, ਭਾਵੇਂ ਜਗਨਨਾਥ ਪੂਰੀ ਹੋਵੇ, ਸਤਿਗੁਰੂ ਗੁਰੂ ਨਾਨਕ ਸਾਹਿਬ ਬਿਨਾਂ ਵਿਤਕਰੇ ਤੋਂ ਗਏ ਤੇ ਸੱਚੇ ਪਾਤਸ਼ਾਹ ਨੇ ਜਾ ਕਰਕੇ ਪਖੰਡ ਦਾ ਖੰਡਨ ਕੀਤਾ ਤੇ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦੇ ਸੱਚੇ ਨਾਮ ਦਾ ਹੋਕਾ ਦਿੱਤਾ। ਤੇ ਇਹ ਗੱਲ ਸਮਝਾਈ ਭਾਈ, ਵਿਖਾਵੇ ਵਾਸਤੇ ਭਗਤੀ ਛੱਡੋ, ਵਿਖਾਵੇ ਵਾਸਤੇ ਧਰਮੀ ਬਣਨਾ ਛੱਡੋ। ਜੇ ਧਰਮੀ ਬਣਨਾ ਹੈ ਤੇ ਅੰਦਰੋਂ ਧਰਮੀ ਬਣ ਕੇ ਰੱਬ ਦੀ ਪੂਜਾ, ਪ੍ਰਮਾਤਮਾ ਦੀ ਸੇਵਾ ਕਰੋ। ਹੱਕ ਪਰਾਇਓ ਉਨ ਕਹੇ, ਉਸੇ ਸੂਰ ਉਸ ਗਾਏ। ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਤੇ ਅੱਜ ਵੀ ਕਈ ਥਾਵਾਂ ਤੇ ਚਲੋ ਇਹ ਰੋ ਰੀਤੀ ਵਹਿਮ ਭਰਮ ਪਖੰਡ ਚੱਲਦੇ ਨੇ ਕਿ ਪਰਾਇਆ ਹੱਕ ਖਾਣ ਦੀ ਬੜੀ ਉਸ ਸਮੇਂ ਪ੍ਰਥਾ ਚੱਲਣ ਲੱਗ ਪਈ। ਲੋਕਾਂ ਨੇ ਬਾਹਰੋਂ ਧਰਮੀ ਬਣ ਜਾਣਾ, ਖੁਦ ਜਪ ਤਪ ਨਾ ਕਰਨਾ, ਬੰਦਗੀ ਨਾ ਕਰਨੀ, ਇਬਾਦਤ ਨਾ ਕਰਨੀ। ਤੇ ਖਾਲਸਾ ਜੀ ਧਰਮ ਦੇ ਨਾਮ ਦੇ ਉੱਤੇ ਲੋਕਾਂ ਦਾ ਪਰਾਇਆ ਹੱਕ ਖਾਣ ਲੱਗ ਪਏ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਮਝਾਇਆ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੇ ਜਾ ਮੁਰਦਾਰ ਨਾ ਖਾਏ। ਕਹਿੰਦੇ ਜੇ ਮੁਸਲਮਾਨ ਹੋ ਕੇ ਕਿਸੇ ਦਾ ਪਰਾਇਆ ਹੱਕ ਖਾਦਾ ਹੈ ਤੇ ਸਜਣਾ ਤੇਰੇ ਵਾਸਤੇ ਇਸ ਤਰ੍ਹਾਂ ਜਿਵੇਂ ਸੂਰ ਦਾ ਮਾंस ਖਾ ਲਿਆ ਹੋਵੇ। ਤੇ ਜੇ ਹਿੰਦੂ ਹੋ ਕੇ ਕਿਸੇ ਦਾ ਪਰਾਇਆ ਹੱਕ ਖਾਦਾ ਹੈ ਤੇ ਫਿਰ ਹੱਕ ਪਰਾਇਆ ਖਾਣਾ ਇਸ ਤਰ੍ਹਾਂ ਜਿਵੇਂ ਗਾਂ ਦਾ ਮਾंस ਖਾ ਲਿਆ ਹੋਵੇ। ਕਿਉਂਕਿ ਦੋਵੇਂ ਮਜ਼ਹਬ ਆਪੋ ਆਪਣੇ ਮਜ਼ਹਬ ਦੇ ਵਿੱਚ ਇਹਨਾਂ ਦੋਵਾਂ ਨੂੰ ਪਵਿੱਤਰ ਮੰਨਦੇ ਨੇ। ਸੋ ਸੱਚੇ ਪਾਤਸ਼ਾਹ ਨੇ ਕਿਹਾ ਕਿਸੇ ਦਾ ਪਰਾਇਆ ਹੱਕ ਨਾ ਖਾ, ਕਿਸੇ ਦਾ ਪੈਸਾ ਨਾ ਮਾਰ, ਕਿਸੇ ਤੇ ਵਾਧੀ ਨਾ ਕਰ, ਆਪਣੇ ਹੱਥੀਂ ਕਿਰਤ ਕਰਕੇ ਵੰਡ ਕੇ ਛਕਣ ਵੱਲ ਜਾ, ਵੰਡ ਕੇ ਛਕਣ ਦੇ ਰਾਹ ਤੇ ਤੁਰ, ਹੱਥੀਂ ਕਿਰਤ ਕਰਿਆ ਕਰ। ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਜੇ ਲੋਕਾਂ ਦੀ ਸੇਵਾ ਕਰਨੀ ਹੈ ਹੱਥੀਂ ਮਿਹਨਤ ਕਰਕੇ ਕਿਰਤ ਕਰਕੇ, ਫਿਰ ਉਸ ਕਮਾਈ ਦੇ ਵਿੱਚੋਂ ਦਸਵੰਧ ਕੱਢ ਕੇ ਫਿਰ ਲੋਕਾਂ ਦੀ ਸੇਵਾ ਕਰ, ਰੱਬ ਦੀ ਦਰਗਾਹ ਵਿੱਚ ਪ੍ਰਵਾਨ ਹੋਵੇਗੀ। ਚੌਪਈ ਐਸ ਭਾਂਤ ਉਨ ਸਾਚ ਸੁਨਾਏ। ਕਹਿੰਦੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇਸ ਤਰ੍ਹਾਂ ਅਕਾਲੀ ਬਾਣੀ, ਧੁਰਕੀ ਬਾਣੀ ਦਾ ਉਪਦੇਸ਼ ਦੇ ਕਰਕੇ ਸੱਚ ਸੁਣਾਉਣਾ ਕੀਤਾ।
ਦੇਵ ਦੋਇਨ ਸਾਚ ਲਗਾਏ। ਤੇ ਸੱਚੇ ਪਾਤਸ਼ਾਹ ਬਿਨਾ ਵਿਤਕਰੇ ਤੋਂ, ਭਾਵੇਂ ਤੁਰਕ ਹੈ ਭਾਵੇਂ ਹਿੰਦੂ ਹੈ, ਬਿਨਾ ਵਿਤਕਰੇ ਤੋਂ ਸੱਚੇ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੋੜਦੇ ਨੇ। ਤੁਰਕ ਕੁਰਾਨ ਉਹ ਹਿੰਦੂਆਂ ਵੇਦ। ਕਹਿੰਦੇ ਜੇ ਕੋਈ ਤੁਰਕ ਹੈ, ਇਸਲਾਮ ਮਤ ਦਾ ਪੈਰੋਕਾਰ ਹੈ, ਤੇ ਉਹਨੂੰ ਕੁਰਾਨ ਦੇ ਵਿੱਚੋਂ ਵੀ ਉਪਦੇਸ਼ ਦੇ ਦਿੰਦੇ ਨੇ। ਜੇ ਖਾਲਸਾ ਜੀ ਕੋਈ ਸਨਾਤਨ ਮਤ ਦਾ ਪੈਰੋਕਾਰ ਹੈ, ਤੇ ਸੱਚੇ ਪਾਤਸ਼ਾਹ ਨੂੰ ਵੇਦਾਂ ਦੇ ਵਿੱਚੋਂ ਵੀ ਉਪਦੇਸ਼ ਦੇ ਦਿੰਦੇ ਨੇ। ਵੇਦਾਂ ਮਹਿ ਨਾਮ ਉੱਤਮ ਸੋ ਸੁਣੇ ਨਾਹੀ, ਫਿਰੇ ਜਿਉ ਬੇਤਾਲਿਆ। ਕਹਿੰਦੇ ਵੇਦਾਂ ਵਿੱਚ ਵੀ ਨਾਮ ਉੱਤਮ ਹੈ, ਪਖੰਡ ਉੱਤਮ ਨਹੀਂ, ਵਿਖਾਵਾ ਉੱਤਮ ਨਹੀਂ, ਭੇਸ ਉੱਤਮ ਨਹੀਂ, ਨਾਮ ਉੱਤਮ ਹੈ। ਪਰਮਾਤਮਾ ਦਾ ਸੱਚਾ ਨਾਮ ਉੱਤਮ ਹੈ। ਤੇ ਇਤਿਹਾਸ ਵਿੱਚ ਆਉਂਦਾ, ਆਪਾਂ ਸਰਵਣ ਕਰਾਂਗੇ ਅੱਗੇ, ਜਦੋਂ ਮੱਕੇ ਮਦੀਨੇ ਗਏ ਤੇ ਸੱਚੇ ਪਾਤਸ਼ਾਹ ਨੂੰ ਉਸ ਵਕਤ ਕਾਜੀ ਰੁਕਨਦੀਨ ਨੇ ਪੁੱਛਿਆ ਕਿ ਤੁਸੀਂ ਤਾਂ ਕੇਸਾ ਧਾਰੀ ਹੋ, ਕੇਸਾ ਧਾਰੀ ਹੋ ਕਰਕੇ ਕਿਸ ਤਰ੍ਹਾਂ ਫਕੀਰ ਹੋ ਗਏ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਸ ਵਕਤ ਕੁਰਾਨ ਦੇ ਵਿੱਚੋਂ ਵੀ ਉਪਦੇਸ਼ ਦੇ ਕਰਕੇ ਇਹ ਸਮਝਾਇਆ ਕਿ ਕੁਰਾਨ ਵਿੱਚ ਵੀ ਲਿਖਿਆ ਕਿ ਰੋਮਾਂ ਦੀ ਕੇਸਾਂ ਦੀ ਬੇਅਦਬੀ ਨਹੀਂ ਕਰਨੀ। ਸੋ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਦੇ ਧਰਮ ਦੇ ਨਾਮ ਤੇ ਵਿਤਕਰਾ ਨਹੀਂ ਕੀਤਾ, ਬਲਕਿ ਇਸ ਤਰ੍ਹਾਂ ਹੋਇਆ ਜਿਹੜੇ ਆਪਣੇ ਹੀ ਧਰਮ ਦੇ ਗਿਆਨ ਤੋਂ ਦੂਰ ਹੋ ਗਏ ਸੀ, ਉਹਨਾਂ ਨੂੰ ਦੱਸਿਆ ਕਿ ਧਰਮ ਦਾ ਅਸਲੀ ਅਰਥ ਕੀ ਹੈ। ਇਹੋ ਕਾਰਨ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ, ਕੂਰ ਕਿਰਿਆ ਉਰਜਿਓ ਸਭ ਹੀ ਜਗ, ਸ਼੍ਰੀ ਭਗਵਾਨ ਕੋ ਭੇਦ ਨਾ ਪਾਇਓ। ਕਿ ਸੰਸਾਰ ਦੇ ਕਰਮ ਕਾਂਡ ਵਿੱਚ ਤੇ ਉਲਝ ਗਏ, ਪਰ ਰੱਬ ਦਾ ਭੇਦ ਨਹੀਂ ਪਾਇਆ। ਤੇ ਮਾਫ ਕਰਨਾ ਖਾਲਸਾ ਜੀ, ਜੇ ਰੋਜ਼ਾਨਾ ਗੁਰੂ ਘਰ ਆ ਕੇ ਕਦੇ ਨਿਤਨੇਮ ਨਹੀਂ ਕੀਤਾ, ਤੇ ਫਿਰ ਸਿੱਖ ਵੀ ਕੂਰ ਕਿਰਿਆ ਦੇ ਵਿੱਚ ਹੀ ਉਲਝਿਆ, ਸੱਚੀ ਕਿਰਿਆ ਵਿੱਚ ਨਹੀਂ। ਜੇ ਗੁਰੂ ਘਰ ਆ ਕੇ ਹੱਥੀ ਸੇਵਾ ਨਹੀਂ ਕੀਤੀ, ਜੋੜੇ ਨਹੀਂ ਝਾੜੇ, ਭਾਂਡੇ ਨਹੀਂ ਮਾਂਜੇ, ਤੇ ਫਿਰ ਸੱਚ ਹੈ ਸਤਿਗੁਰੂ ਸਾਨੂੰ ਵੀ ਝਿੜਕ ਦੇਣਗੇ ਕਿ ਸਿੱਖਾ, ਸਿੱਖੀ ਦਾ ਰਸਤਾ ਇਹ ਨਹੀਂ, ਸਿੱਖੀ ਦਾ ਰਸਤਾ ਟਿਕਿਆ ਹੋਇਆ ਹੈ ਸੇਵਾ ਸਿਮਰਨ ਦੇ ਉੱਤੇ। ਸੋ ਜਿੱਥੇ ਉਸ ਵਕਤ ਸੱਚੇ ਪਾਤਸ਼ਾਹ ਤੁਰਕਾਂ ਹਿੰਦੂਆਂ ਨੂੰ ਉਪਦੇਸ਼ ਦਿੰਦੇ, ਉਪਦੇਸ਼ ਸਾਡੇ ਵਾਸਤੇ ਵੀ ਉਹੀ ਲਾਗੂ ਹੁੰਦਾ ਹੈ। ਸੱਚੇ ਪਾਤਸ਼ਾਹ ਨੇ ਦੋਵਾਂ ਨੂੰ ਸਾਂਝਾ ਉਪਦੇਸ਼ ਦਿੱਤਾ। ਵਾਚ ਕਹੇ ਉਨ ਸੱਚ, ਸੱਚ ਭੇਦ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਮੂੰਹ ਜ਼ੁਬਾਨੀ ਭਾਵ ਕਿ ਆਪਣੇ ਕੰਠ ਤੋਂ ਉਚਾਰਨ ਕਰਕੇ ਉਹਨਾਂ ਨੂੰ ਉਪਦੇਸ਼ ਦਿੱਤਾ। ਸੱਚੇ ਪਾਤਸ਼ਾਹ ਸੰਸਾਰਿਕ ਅੱਖਰਾਂ ਦਾ ਉਪਦੇਸ਼ ਨਹੀਂ ਦਿੰਦੇ, ਦਰਗਾਹੀ ਅੱਖਰਾਂ ਦਾ ਉਪਦੇਸ਼ ਦਿੰਦੇ ਨੇ ਕਿ ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਇਹੋ ਕਾਰਨ ਹੈ ਗੁਰੂ ਨਾਨਕ ਸਾਹਿਬ ਕੋਡੇ ਰਾਕਸ਼ ਦੇ ਸਾਹਮਣੇ ਜਾ ਕਰਕੇ ਵੀ ਸਤ ਕਰਤਾਰ ਕਹਿ ਦੇਣ ਤੇ ਕੋਡੇ ਰਾਕਸ਼ ਦਾ ਮਨ ਫੇਰਿਆ ਜਾਂਦਾ ਹੈ। ਮੇਰੇ ਵਰਗਾ ਬਿਨਾ ਬੰਦਗੀ ਤੋਂ ਭਾਵੇਂ 2 ਘੰਟੇ ਗੱਲਾਂ ਕਰੀ ਜਾਵੇ, ਮਨ ਨਹੀਂ ਫਿਰਦੇ। ਸੋ ਬੰਦਗੀ ਹੋਵੇ, ਇਬਾਦਤ ਹੋਵੇ, ਕਮਾਈ ਹੋਵੇ, ਜੀਵਨ ਵਿੱਚ ਅਨੁਭਵ ਹੋਵੇ ਖਾਲਸਾ ਜੀ, ਤਾਂ ਜਾ ਕਰਕੇ ਕਿਸੇ ਦੇ ਜੀਵਨ ਨੂੰ ਬਦਲਣ ਦੀ ਤਾਕਤ ਆਉਂਦੀ ਹੈ। ਗੁਰੂ ਨਾਨਕ ਸਾਹਿਬ ਖੁਦ ਖੁਦਾ ਨੇ ਕੰਠ ਦੇ ਵਿੱਚੋਂ ਧੁਰਕੀ ਬਾਣੀ, ਅਕਾਲੀ ਬਾਣੀ ਦਾ ਉਪਦੇਸ਼ ਦੇ ਕਰਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚ ਦੇ ਨਾਲ ਜੋੜਦੇ ਨੇ। ਇੱਕ ਵਾਰ ਬਾਬਾ ਜੀ ਅਚਲ ਗਿਓ। ਇੱਕ ਅਚਲ ਬਟਾਲਾ ਹੈ ਖਾਲਸਾ ਜੀ, ਗੁਰਦਾਸਪੁਰ ਦੇ ਕੋਲ ਇਹ ਇਲਾਕਾ ਹੈ। ਇੱਥੇ ਮੰਦਿਰ ਹੈ ਅਚਲ ਨਾਮ ਦਾ। ਇਸ ਥਾਂ ਦੇ ਉੱਤੇ ਵੀ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਣੇ ਮੁਬਾਰਕ ਚਰਨ ਪਾਏ। ਉਹਾਂ ਮੇਲਾ ਤਾਂ ਸਿੱਧਨ ਕਿਓ। ਉੱਥੇ ਸੀ ਸਿੱਧਾਂ ਦਾ ਮੇਲਾ ਲੱਗਿਆ ਹੋਇਆ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਪਹੁੰਚੇ, ਕਰ ਗੋਸਟ ਤੇ ਭੀ ਜਿੱਤ ਲਏ। ਕਹਿੰਦੇ ਉਹਨਾਂ ਸਿੱਧਾਂ ਦੇ ਨਾਲ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਗੋਸ਼ਟ ਕੀਤੀ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਪਾਂ ਪੜ੍ਹ ਸਕਦੇ ਹਾਂ ਸਤਿਗੁਰਾਂ ਦੀ ਬਾਣੀ ਸਿੱਧ ਗੋਸ਼ਟ, ਜਿੱਥੇ ਸਿੱਧਾਂ ਦੇ ਨਾਲ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਵਿਚਾਰ ਚਰਚਾ ਗੋਸ਼ਟੀ ਹੋਈ। ਤੇ ਸਿੱਧਾਂ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਪੁੱਛਿਆ, ਕਿਸ ਕਾਰਨ ਗ੍ਰਹਿ ਤਜਿਓ ਉਦਾਸੀ, ਕਿਸ ਕਾਰਨ ਇਹ ਭੇਖ ਨਿਵਾਸੀ, ਕਿਸ ਵਖਰ ਕੇ ਤੁਮ ਵਣਜਾਰੇ, ਕਿਉ ਕਰ ਸਾਥ ਲੰਘਾਵੋ ਪਾਰੇ। ਸਤਿਗੁਰਾਂ ਨੂੰ ਪੁੱਛਿਆ ਕਿ ਜੇ ਵੰਡ ਕੇ ਛਕਣ ਦਾ, ਕਿਰਤ ਕਰਨ ਦਾ ਉਪਦੇਸ਼ ਦੇਣਾ, ਫਿਰ ਤੁਸੀਂ ਕਿਸ ਕਾਰਨ ਕਰਕੇ ਉਦਾਸੀ ਹੋ ਗਏ, ਕਿਉਂ ਤਿਆਗ ਕਰ ਦਿੱਤਾ? ਤੇ ਸਤਿਗੁਰੂ ਕਹਿੰਦੇ, ਮੈਂ ਸੰਸਾਰ ਨਹੀਂ ਤਿਆਗਿਆ, ਸੰਸਾਰ ਦੀ ਮਾਇਆ ਤਿਆਗੀ ਹੈ। ਘਰ ਨਹੀਂ ਤਿਆਗਿਆ, ਘਰਾਂ ਦਾ ਮੋਹ ਤਿਆਗਿਆ ਹੈ। ਸਿੱਧੋ ਤੁਸੀਂ ਪੁੱਛਦੇ ਹੋ ਉਦਾਸੀ ਕਿਉਂ ਬਣਿਆ? ਤੇ ਗੁਰੂ ਨਾਨਕ ਸਾਹਿਬ ਨੇ ਬਚਨ ਕੀਤਾ ਸਿੱਧ ਗੋਸ਼ਟ ਦੇ ਵਿੱਚ, ਗੁਰਮੁਖ ਖੋਜਤ ਭਏ ਉਦਾਸੀ। ਕਹਿੰਦੇ ਗੁਰਮੁਖਾਂ ਦੀ, ਰੱਬ ਦੇ ਪਿਆਰਿਆਂ ਦੀ ਭਾਲ ਕਰਨ ਵਾਸਤੇ ਮੈਂ ਉਦਾਸੀ ਬਣਿਆ ਹਾਂ, ਭਾਵ ਕੇ ਤਿਆਗ ਕਰਕੇ ਸੰਸਾਰ ਦੇ ਰਟਣ ਵੱਲ ਤੁਰਿਆ ਹਾਂ।
ਸੋ ਇਸ ਤਰ੍ਹਾਂ ਬੜੀ ਲੰਬੀ ਗੋਸ਼ਟ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਸਿੱਧਾਂ ਦੇ ਨਾਲ ਹੋਈ। ਲਾਏ ਸਿੱਧੀ ਤੇਊ ਥੱਕ ਗਏ। ਕਹਿੰਦੇ ਬੜੀਆਂ ਸਿੱਧੀਆਂ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਵਿਖਾਉਣ, ਕਦੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਸਾਹਮਣੇ ਆਪਣੇ ਦੰਦ ਗਾਇਬ ਕਰ ਲੈਣ, ਰਿੱਧੀਆਂ ਸਿੱਧੀਆਂ ਦੇ ਨਾਲ ਕਦੇ ਆਕਾਸ਼ ਵਿੱਚ ਉੱਡ ਜਾਣ, ਕਦੇ ਤੇਜ ਹਨੇਰ ਚਲਾ ਦੇਣ, ਪਰ ਖਾਲਸਾ ਜੀ ਗੁਰੂ ਨਾਨਕ ਸਾਹਿਬ ਦੇ ਪ੍ਰਤਾਪ ਦੇ ਤੇਜ ਦੇ ਸਾਹਮਣੇ ਇੱਕ ਵੀ ਸਿੱਧੀ ਨਹੀਂ ਚੱਲਦੀ, ਸਾਰੀਆਂ ਫੇਲ ਹੁੰਦੀਆਂ, ਵਿਅਰਥ ਹੁੰਦੀਆਂ ਨੇ। ਸਿੱਧ ਕੁਰਲਾਣੇ ਬਾਲ ਗੁੰਦਾਈ। ਕਹਿੰਦੇ ਸਿੱਧ ਕੁਰਲਾ ਉੱਠੇ ਜਦੋਂ ਇੱਕ ਵੀ ਰਿੱਧੀ ਸਿੱਧੀ ਦੀ ਤਾਕਤ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਾਹਮਣੇ ਨਹੀਂ ਚੱਲੀ, ਤੇ ਜਿਹੜਾ ਬਾਲ ਗੁੰਦਾਈ ਫਕੀਰ ਸੀ ਉਸ ਵੇਲੇ, ਕਹਿੰਦੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਸ਼ਿਕਾਇਤ ਲਾਉਣ ਬਾਲ ਗੁੰਦਾਈ ਫਕੀਰ ਕੋਲ ਗਏ, ਕਿਉਂਕਿ ਬਾਲ ਗੁੰਦਾਈ ਵੀ ਆਪਣੇ ਆਪ ਦੇ ਵਿੱਚ ਬੜਾ ਵੱਡਾ ਕਰਾਮਾਤੀ ਅਖਵਾਉਂਦਾ ਸੀ ਆਪਣੇ ਆਪ ਨੂੰ। ਹਾਰ ਸਿੱਧਨ ਜਾਏ ਚੁਗਲੀ ਖਾਈ। ਤੇ ਕਹਿੰਦੇ ਸਿੱਧ ਹਾਰ ਕੇ ਬਾਲ ਗੁੰਦਾਈ ਫਕੀਰ ਕੋਲ ਜਾ ਕੇ ਚੁਗਲੀ ਲਾਉਂਦੇ ਨੇ। ਨਾਨਕ ਸਿੱਧ ਨਵਾਂ ਇੱਕ ਭਿਆ। ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਬਾਰੇ ਕਹਿੰਦੇ ਵੀ ਇੱਕ ਨਵਾਂ ਹੀ ਸਿੱਧ ਆ ਕੇ ਬਹਿ ਗਿਆ ਆਪਣੇ ਇਲਾਕੇ ਵਿੱਚ, ਉਹਨੂੰ ਲੋਕੀ ਨਾਨਕ ਆਖਦੇ ਨੇ। ਸਭ ਕੀ ਲਾਹੇ ਸੋ ਲੈ ਗਿਆ। ਪਰ ਉਹ ਸਾਡੀ ਸਾਰਿਆਂ ਦੀਆਂ ਹੀ ਰਿੱਧੀਆਂ ਸਿੱਧੀਆਂ ਨੂੰ ਲਾਈ ਜਾਂਦਾ, ਪ੍ਰਵਾਹ ਨਹੀਂ ਕਰਦਾ। ਸਾਡੀਆਂ ਰਿੱਧੀਆਂ ਸਿੱਧੀਆਂ ਉਸ ਨਾਨਕ ਅੱਗੇ ਚੱਲਦੀਆਂ ਨਹੀਂ, ਬਾਲ ਗੁੰਦਾਈ ਨੂੰ ਜਾ ਕੇ ਸ਼ਿਕਾਇਤਾਂ ਲਾਉਂਦੇ ਨੇ। ਸੁਨੋ ਨ ਸਿੱਧਨ ਕੀਓ ਹੰਕਾਰ। ਕਹਿੰਦੇ ਸਿੱਧ ਹੰਕਾਰੀ ਸਨ, ਅੱਗੋਂ ਬਾਲ ਗੁੰਦਾਈ ਦੇ ਮਨ ਵਿੱਚ ਵੀ ਕਰਾਮਾਤਾ ਦਾ ਹੰਕਾਰ ਸੀ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਜਦੋਂ ਚੁਗਲੀ ਸੁਣੀ, ਹੋਰ ਵੀ ਹੰਕਾਰ ਪ੍ਰਗਟ ਹੋ ਗਿਆ। ਇਹਾਂ ਆਵੇ ਤੋਂ ਜਾਊਗਾ ਹਾਰ। ਕਹਿਣ ਲੱਗਾ ਹੰਕਾਰ ਚ ਜੇ ਬਾਬਾ ਨਾਨਕ ਮੇਰੇ ਕੋਲ ਆਵੇ ਤੇ ਇੱਥੋਂ ਹਾਰ ਕੇ ਜਾਵੇਗਾ, ਜਿੱਤ ਕੇ ਨਹੀਂ ਜਾਵੇਗਾ। ਯੈ ਸੁਨ ਬਾਬਾ ਜੀ ਉਹਾਂ ਸਦਾਰੇ। ਕਹਿੰਦੇ ਜਦੋਂ ਗੁਰੂ ਨਾਨਕ ਸਾਹਿਬ ਨੂੰ ਪਤਾ ਲੱਗਾ ਵੀ ਕੋਈ ਲਲਕਾਰਦਾ, ਤੇ ਗੁਰੂ ਨਾਨਕ ਸਾਹਿਬ ਮਹਾਰਾਜ ਫਿਰ ਜੰਗ ਦੇ ਮੈਦਾਨ ਵਿੱਚ ਨਿਤਰੇ। ਖਾਲਸਾ ਜੀ ਜੋਤ ਇੱਕੋ ਹੀ ਹੁੰਦੀ ਹੈ। ਜੇ ਸੂਰਮਾ ਲਲਕਾਰੇ, ਸ਼ਸਤਰ ਧਾਰੀ ਲਲਕਾਰੇ, ਕਲਗੀਆਂ ਵਾਲੇ ਸੱਚੇ ਪਾਤਸ਼ਾਹ ਹੱਥ ਵਿੱਚ ਤੇਗਾਂ ਪਕੜ ਕੇ ਉਤਰਦੇ ਆ, ਤੇ ਜੇ ਕੋਈ ਰਿੱਧੀਆਂ ਸਿੱਧੀਆਂ ਕਰਾਮਾਤਾਂ ਦੇ ਹੰਕਾਰ ਨਾਲ ਲਲਕਾਰੇ, ਗੁਰੂ ਨਾਨਕ ਸਾਹਿਬ ਉਹਨੂੰ ਵੀ ਭਵੰਟ ਨਹੀਂ ਦਿੰਦੇ ਆ। ਸੋ ਬਾਲ ਗੁੰਦਾਈ ਫਕੀਰ ਨੂੰ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਤਾਰਨਾ ਕੀਤਾ। ਉਸ ਕੋ ਜੀਤ ਗੁਰ ਆਗੇ ਪਧਾਰੇ। ਬਾਲ ਗੁੰਦਾਈ ਫਕੀਰ ਦਾ ਮਨ ਜਿੱਤਿਆ ਗਿਆ, ਗੁਰੂ ਨਾਨਕ ਦੇ ਸ਼ਰਨੀ ਪੈ ਗਿਆ, ਤੇ ਸਤਿਗੁਰੂ ਅਗਾਂਹ ਨੂੰ ਵਧੇ। ਦੋਹਰਾ ਫਰੀਦ ਪਟਨ ਮੁਲਤਾਨ ਮਦ ਉਚਨ ਲੋ ਜੋ ਪੀਰ। ਸੋ ਸ਼ੇਖ ਫਰੀਦ ਇਬਰਾਹਿਮ ਜੀ ਦਾ, ਸ਼ੇਖ ਇਬਰਾਹਿਮ ਜੀ ਦਾ ਵੀ ਇਲਾਕਾ ਸੀ ਪਟਨ ਦੇਸ਼। ਇਸ ਇਲਾਕੇ ਦੇ ਵਿੱਚ ਵੀ ਪਹੁੰਚੇ, ਮੁਲਤਾਨ ਦੇਸ਼ ਦੇ ਵਿੱਚ ਵੀ ਗੁਰੂ ਨਾਨਕ ਸਾਹਿਬ ਗਏ। ਜਦੋਂ ਪਟਨ ਦੇਸ਼ ਦੇ ਵਿੱਚ ਗਏ, ਗੁਰੂ ਨਾਨਕ ਸਾਹਿਬ ਮਹਾਰਾਜ ਜੰਗਲ ਦੇ ਵਿੱਚ ਕਹਿਣ ਲੱਗੇ, ਇਬਾਦਤ ਕਰਦੇ ਸੀ। ਭਾਈ ਮਰਦਾਨਾ ਰਬਾਬ ਵਜਾਉਂਦਾ ਸੀ ਤੇ ਗੁਰੂ ਨਾਨਕ ਸਾਹਿਬ ਸ਼ਬਦ ਉਚਾਰਦੇ ਸੀ। ਖਾਲਸਾ ਜੀ ਕਹਿੰਦੇ ਸ਼ੇਖ ਇਬਰਾਹਿਮ ਜੀ ਦਾ ਇੱਕ ਸੇਵਕ ਸੀ, ਸੇਵਕ ਕਮਾਲ। ਉਹ ਜਦੋਂ ਜੰਗਲਾਂ ਵਿੱਚ ਰੋਜ਼ਾਨਾ ਨੇਮ ਅਨੁਸਾਰ ਲੱਕੜਾਂ ਲੈਣ ਵਾਸਤੇ ਜਾਂਦਾ ਸੀ ਆਪਣੀ ਕੁਟੀਆ ਲਈ। ਅੱਜ ਵੀ ਨੇਮ ਦੇ ਨਾਲ ਲੱਕੜਾਂ ਲੈਣ ਵਾਸਤੇ ਜੰਗਲ ਵਿੱਚ ਗਿਆ, ਦੇਖਿਆ ਦੋ ਫਕੀਰ ਬੈਠੇ ਨੇ। ਇੱਕ ਫਕੀਰ ਦੇ ਚਿਹਰੇ ਤੇ ਜਲਾਲ ਬੜਾ ਹੈ, ਕਹਿੰਦੇ ਉਸ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਜਲਾਲ ਨੂੰ ਵੇਖ ਕੇ ਕੋਲ ਚਲਿਆ ਗਿਆ। ਤੇ ਸਤਿਗੁਰੂ ਸੱਚੇ ਪਾਤਸ਼ਾਹ ਸ਼ਲੋਕ ਉਚਾਰਦੇ ਸਨ, ਆਪੇ ਪੱਟੀ ਕਲਮ ਆਪ ਉੱਪਰ ਲੇਖ ਪੇ ਤੂੰ, ਏਕੋ ਕਹੀਐ ਨਾਨਕਾ ਦੂਜਾ ਕਾਹੇ ਕੂ, ਦੂਜਾ ਕਾਹੇ ਸਿਮਰਿਐ ਜੰਮੈ ਤੇ ਮਰ ਜਾਏ, ਏਕੋ ਸਿਮਰੋ ਨਾਨਕਾ ਜੋ ਜਲ ਥਲ ਰਿਹਾ ਸਮਾਏ। ਇੱਕ ਨੂੰ ਚੇਤੇ ਕਰ ਜਿਹੜਾ ਜਲ ਥਲ ਦੇ ਵਿੱਚ ਰਮਿਆ। ਕਹਿੰਦੇ ਸੁਣਿਆ ਮਨ ਭਿੱਜ ਗਿਆ, ਭੱਜਿਆ ਆਪਣੇ ਮੁਰਸ਼ਦ ਵੱਲ, ਸ਼ੇਖ ਇਬਰਾਹਿਮ ਵੱਲ ਜਾ ਕੇ ਕਹਿਣ ਲੱਗਾ, ਅੱਜ ਮੈਂ ਦੋ ਰੱਬ ਦੇ ਪਿਆਰਿਆਂ ਦਾ ਦੀਦਾਰ ਕੀਤਾ। ਦੀਦਾਰ ਕਰਦਿਆਂ ਹੀ ਅੰਦਰ ਠੰਡਾ ਠਾਰ ਹੋ ਗਿਆ। ਪੰਧ ਜੁਲੰਦੜੀ ਮੇਰਾ ਅੰਦਰ ਠੰਡਾ, ਗੁਰ ਦਰਸ਼ਨ ਦੇਖ ਨਿਹਾਲੀ। ਸ਼ੇਖ ਇਬਰਾਹਿਮ ਨੂੰ ਕਹਿਣ ਲੱਗਾ, ਮੈਂ ਦੀਦਾਰ ਕੀਤਾ, ਉਹਨਾਂ ਦਾ ਸ਼ਲੋਕ ਸੁਣਿਆ, ਮਨ ਠੰਡਾ ਠਾਰ ਹੋ ਗਿਆ, ਸ਼ਾਂਤੀ ਮਿਲ ਗਈ। ਕਹਿਣ ਲੱਗਾ ਕੀ ਸੁਣਿਆ? ਉਹਨੇ ਸ਼ਬਦ ਉਚਾਰਿਆ, ਆਪੇ ਪੱਟੀ ਕਲਮ ਆਪ ਉੱਪਰ ਲੇਖ ਭੇ ਤੂੰ, ਏਕੋ ਕਹੀਐ ਨਾਨਕਾ ਦੂਜਾ ਕਾਹੇ ਕੂ। ਜਦੋਂ ਸੁਣਿਆ ਉਹ ਵੀ ਗੁਰੂ ਨਾਨਕ ਸਾਹਿਬ ਦੇ ਦੀਦਾਰਿਆਂ ਲਈ ਆਇਆ। ਸਤਿਗੁਰੂ ਨੇ ਦੁਬਾਰਾ ਸ਼ਬਦ ਉਚਾਰਿਆ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੂੰ ਕਹਿੰਦਾ, ਮੇਰੇ ਇੱਕ ਸਵਾਲ ਦਾ ਜਵਾਬ ਦਿਓ। ਕਹਿਣ ਲੱਗੇ ਕੀ? ਕਹਿੰਦਾ ਵੀ ਮੁਸਲਮਾਨ ਕਹਿੰਦੇ ਸਾਡਾ ਖੁਦਾ ਸੱਚਾ, ਹਿੰਦੂ ਕਹਿੰਦੇ ਸਾਡਾ ਰੱਬ ਸੱਚਾ। ਮੈਨੂੰ ਇਹ ਦੱਸੋ, ਜੇ ਰੱਬ ਇੱਕ ਹੈ ਤੇ ਦੋ ਦੋ ਰਸਤੇ ਕਿਉਂ ਬਣਾਏ ਹੋਏ ਨੇ?
ਕਿਹੜਾ ਸੇਵੀ ਤੇ ਕਿਹੜਾ ਰਦੀ, ਮੈਂ ਕਿਹਦੀ ਗੱਲ ਨੂੰ ਮੰਨਾਂ ਤੇ ਕਿਹਦੀ ਗੱਲ ਨੂੰ ਠੁਕਰਾਵਾਂ, ਮੈਨੂੰ ਦੱਸਣਾ ਕਰੋ। ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਹੱਸ ਕੇ ਕਹਿਣ ਲੱਗੇ, ਫਕੀਰ ਜੀ ਰਾਹ ਦੋਵੇਂ ਖਸਮ ਇੱਕੋ ਜਾਣ। ਰਾਹ ਦੋ ਹੋ ਸਕਦੇ ਨੇ, ਖਸਮ ਇੱਕ ਹੈ। ਦੋਵੇਂ ਦਾਵਾ ਤੇ ਭਾਵੇਂ ਵੱਖਰਾ ਵੱਖਰਾ ਕਰਦੇ ਨੇ, ਪਰ ਚੇਤੀ ਰੱਖੀ ਦੋਵਾਂ ਦਾ ਮਾਲਕ ਇੱਕ ਹੈ। ਤੇ ਦੂਸਰਾ ਸਵਾਲ ਕਹਿਣ ਲੱਗਾ, ਪਟਨ ਦੇਸ਼ ਦੀ ਗੱਲ ਹੈ, ਕਹਿੰਦਾ ਰੱਬ ਨੂੰ ਪਾਇਆ ਕਿਵੇਂ ਜਾਵੇ? ਗੁਰੂ ਨਾਨਕ ਸਾਹਿਬ ਕਹਿੰਦੇ ਰੱਬ ਨੂੰ ਪਾਉਣ ਵਾਸਤੇ ਭਾਵਨਾ ਪਤਨੀ ਵਾਲੀ ਬਣਾ, ਇਸਤਰੀ ਵਾਲੀ ਬਣਾ। ਜਿਵੇਂ ਘਰ ਹੀ ਮੁੰਦ ਵਿਦੇਸ਼ ਫਿਰ, ਨਿਤ ਝੂਰੇ ਸੰਭਾਲੇ, ਮਿਲਦਿਆਂ ਢਿੱਲ ਨਾ ਹੋਵਈ, ਜੇ ਨੀਅਤ ਰਾਸ ਕਰੇ। ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਕਿਸੇ ਦਾ ਪਤੀ ਪਰਦੇਸ਼ ਗਿਆ ਹੋਵੇ, ਆਪਣੇ ਪਤੀ ਦੀ ਯਾਦ ਵਿੱਚ ਰੋਜ਼ਾਨਾ ਉਹਨੂੰ ਯਾਦ ਕਰਦੀ ਹੈ, ਉਹਨੂੰ ਪੁਕਾਰਦੀ ਹੈ। ਕਹਿੰਦੇ ਬਸ ਇਸੇ ਤਰ੍ਹਾਂ ਰਾਤ ਪੈਣ ਲੱਗੇ, ਰੱਬ ਦਾ ਭਗਤ ਬਣ ਕਰਕੇ ਆਪਣੇ ਪਿਆਰੇ ਆਪਣੇ ਪਤੀ ਨੂੰ ਆਵਾਜ਼ਾਂ ਲਾਵੇ ਕਿ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀ ਐ ਪ੍ਰੇ ਤੁਧ ਭਗਵੰਤਾ, ਮੋਹਿ ਰੈਣ ਨਾ ਵਿਹਾਵੈ, ਨੀਂਦ ਨਾ ਆਵੈ, ਬਿਨ ਦੇਖੇ ਗੁਰ ਦਰਬਾਰੇ ਜੀਓ। ਕਹਿੰਦੇ ਇਸ ਤਰ੍ਹਾਂ ਪੁਕਾਰਾਂ ਕਰੇ ਜਿਸ ਤਰ੍ਹਾਂ ਇਸਤਰੀ ਆਪਣੇ ਪਤੀ ਵਾਸਤੇ ਪੁਕਾਰਾਂ ਕਰਦੀ ਹੈ, ਤੇ ਬਾਹਰੀ ਭੇਸ ਬਣਾਉਣ ਨਾਲੋਂ ਆਪਣੀ ਨੀਅਤ ਸਾਫ਼ ਕਰ ਲਵੇ ਤੇ ਰੱਬ ਜ਼ਰੂਰ ਮਿਲੇਗਾ। ਇਹ ਸੱਚ ਹੈ ਖਾਲਸਾ ਜੀ। ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਪਿਆਰ ਨਾਲ ਹੁੰਦੀ ਹੈ। ਪਟਨ ਦੇਸ਼ ਤਾਰ ਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮੁਲਤਾਨ ਦੇਸ਼ ਵੱਲ ਵਧੇ। ਸਭ ਹਨ ਸੋ ਕਰ ਗੋਸ਼ਟਾ, ਨੈ ਕਿਸ ਕੀ ਛੱਡੀ ਤਤਬੀਰ। ਪਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਸਭ ਤੋਂ ਵਧੀਆ ਇੱਕ ਤਰੀਕਾ ਸੀ ਖਾਲਸਾ ਜੀ, ਕਿ ਗੁਰੂ ਨਾਨਕ ਸਾਹਿਬ ਜੇ ਹਰਿਦੁਆਰ ਗਏ ਤੇ ਜਾ ਕੇ ਗੋਸ਼ਟ ਕੀਤੀ, ਜੇ ਗੁਰੂ ਨਾਨਕ ਸਾਹਿਬ ਮਹਾਰਾਜ ਜਗਨਨਾਥਪੁਰੀ ਗਏ ਗੋਸ਼ਟ ਕੀਤੀ, ਵਿਚਾਰ ਕੀਤੀ, ਵਿਚਾਰ ਚਰਚਾ ਹੋਈ। ਪਟਨ ਗਏ ਵਿਚਾਰ ਚਰਚਾ ਹੋਈ, ਮੁਲਤਾਨ ਗਏ ਵਿਚਾਰ ਚਰਚਾ ਹੋਈ। ਵਿਚਾਰਾਂ ਦੇ ਨਾਲ ਅਗਲੇ ਦਾ ਆਚਾਰ ਬਦਲ ਦਿੱਤਾ। ਇਹ ਗੁਰੂ ਨਾਨਕ ਸਾਹਿਬ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਕਿ ਸਿੱਖ ਦੇ ਨਾਲ ਵਿਚਾਰ ਕਰਦਾ, ਤਤਕਾਰ ਨਹੀਂ ਕਰਦਾ, ਤਕਰਾਰ ਨਹੀਂ ਕਰਦਾ। ਸਿੱਖ ਦੇ ਜੀਵਨ ਵਿੱਚ ਵਿਚਾਰ ਪ੍ਰਧਾਨ ਹੈ, ਤਕਰਾਰ ਪ੍ਰਧਾਨ ਨਹੀਂ। ਅੱਜ ਵੇਖਣ ਵਿੱਚ ਆਉਂਦਾ ਸਿੱਖਾਂ ਨਾਲ ਮਤਭੇਦ ਹੋਣ ਤੇ ਬਹੁਤ ਜਲਦੀ ਕਾਹਲੇ ਪੈ ਕਰਕੇ ਰੁੱਖੇਪਣ ਵਿੱਚ ਇੱਕ ਦੂਸਰੇ ਨਾਲ ਬੋਲਦੇ ਨੇ, ਫਿੱਕਾ ਵੀ ਇੱਕ ਦੂਸਰੇ ਨਾਲ ਬੋਲਦੇ ਨੇ। ਪਰ ਸਿੱਖਾਂ ਨੂੰ ਗੁਰੂ ਨਾਨਕ ਸਾਹਿਬ ਤੋਂ ਸਿੱਖਿਆ ਲੈਣੀ ਚਾਹੀਦੀ ਹੈ। ਮਹਾਰਾਜ ਹਰਿਦੁਆਰ ਗਏ, ਪੰਡਤਾਂ ਨਾਲ ਜਾ ਕੇ ਉੱਥੇ ਤਕਰਾਰ ਨਹੀਂ ਕੀਤਾ, ਆਪਣੇ ਵਿਚਾਰ ਰੱਖੇ ਕਿ ਜੇ ਤੁਹਾਡਾ ਪਾਣੀ ਸੂਰਜ ਤੱਕ ਪਹੁੰਚ ਸਕਦਾ ਤੇ ਪੰਜਾਬ ਤਾਂ ਨੇੜੇ ਹੀ ਹੈ, ਮੇਰਾ ਪਾਣੀ ਪੰਜਾਬ ਕਿਉਂ ਨਹੀਂ ਪਹੁੰਚੇਗਾ। ਆਪਣੇ ਵਿਚਾਰਾਂ ਨਾਲ ਜਿੱਤਿਆ ਤੇ ਪ੍ਰਭਾਵ ਪਿਆ। ਜੇ ਸੱਚੇ ਪਾਤਸ਼ਾਹ ਮੱਕੇ ਮਦੀਨੇ ਗਏ ਤੇ ਦੱਸਿਆ ਕਿ ਰੱਬ ਸਾਰੀਆਂ ਦਿਸ਼ਾਵਾਂ ਵਿੱਚ ਹੈ, ਇੱਕ ਥਾਂ ਨਹੀਂ, ਤੇ ਸੱਚੇ ਪਾਤਸ਼ਾਹ ਦੇ ਵਿਚਾਰਾਂ ਦਾ ਪ੍ਰਭਾਵ ਪਿਆ। ਕਾਜੀ ਰੁਕਨਦੀਨ ਗੁਰੂ ਨਾਨਕ ਦਾ ਮੁਰੀਦ ਹੋ ਗਿਆ। ਸੋ ਇਸੇ ਕਰਕੇ ਸਾਨੂੰ ਆਪਣੇ ਜੀਵਨ ਵਿੱਚ ਵਿਚਾਰ ਪ੍ਰਧਾਨ ਬਣਾਉਣੀ ਚਾਹੀਦੀ ਹੈ ਕਿ ਜਦੋਂ ਸਿੱਖ ਦੇ ਨਾਲ ਹੋਵੇ ਤੇ ਗੁਰੂ ਨਾਨਕ ਦੀਆਂ ਬਾਣੀ ਦੀਆਂ ਵਿਚਾਰਾਂ ਕਰੇ। ਇੱਕ ਮੈਂ ਬਚਨ ਜ਼ਰੂਰ ਸਾਂਝਾ ਕਰਦਾ, ਸਿੱਖ ਨੂੰ ਆਪਣੇ ਜੀਵਨ ਵਿੱਚ ਨੇਮ ਬਣਾਉਣਾ ਚਾਹੀਦਾ ਹੈ। ਸਿੱਖ ਨਾਲ ਹੋਵੇ, ਗੁਰੂ ਨਾਨਕ ਦੀਆਂ ਗੱਲਾਂ ਕਰੇ। ਸਿੱਖ ਕੱਲਾ ਹੋਵੇ ਤੇ ਗੁਰੂ ਨਾਨਕ ਨਾਲ ਗੱਲਾਂ ਕਰੇ। ਜਦੋਂ ਦੋ ਇਕੱਠੇ ਹੋਣ, ਗੁਰੂ ਨਾਨਕ ਦੀਆਂ ਗੱਲਾਂ ਕਰੇ, ਬਾਣੀ ਦੀ ਵਿਚਾਰਾਂ ਕਰੇ। ਤੇ ਜਦੋਂ ਕੱਲਾ ਹੋਵੇ ਤੇ ਫਿਰ ਖਾਲਸਾ ਜੀ ਸੋਸ਼ਲ ਮੀਡੀਆ ਤੇ ਨਾ ਕੱਢ ਦਵੇ, ਬਲਕਿ ਕੱਲਾ ਬਹਿ ਕੇ ਬਾਬੇ ਦੀ ਬਾਣੀ ਦਾ ਜਾਪ ਕਰੇ, ਸਤਨਾਮ ਵਾਹਿਗੁਰੂ ਦੇ ਵਿੱਚ ਚਿੱਤ ਨੂੰ ਜੋੜੇ। ਸੋ ਸਤਿਗੁਰੂ ਗੁਰੂ ਨਾਨਕ ਸਾਹਿਬ ਮੁਲਤਾਨ ਦੇਸ਼ ਨੂੰ ਵੀ ਜਿੱਤਦੇ, ਉਸ ਥਾਂ ਤੇ ਜਾ ਕਰਕੇ ਵੀ ਨਾਮ ਦਾ ਹੋਕਾ ਦਿੰਦੇ ਨੇ। ਅੱਜ ਦੇ ਸਮੇਂ ਵਿੱਚ ਆਪਾਂ ਸਰਵਣ ਕੀਤਾ ਕਿਸ ਤਰ੍ਹਾਂ ਸਤਿਗੁਰੂ ਨੇ ਬਾਲ ਗੁੰਦਾਈ ਤੇ ਪਟਨ ਦੇਸ਼ ਵਿੱਚ ਸ਼ੇਖ ਇਬਰਾਹਿਮ ਨੂੰ ਜਾ ਕੇ ਉਪਦੇਸ਼ ਦਿੱਤਾ। ਸਤਿਗੁਰਾਂ ਨੇ ਮਨ ਜਿੱਤੇ। ਆਉਣ ਵਾਲੇ ਦਿਨਾਂ ਵਿੱਚ ਹੋਰ ਉਦਾਸੀਆਂ ਬਾਰੇ ਆਪਾਂ ਸਰਵਣ ਕਰਾਂਗੇ। ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਅਰਦਾਸ ਕਰੀਏ ਕਿ ਬੋਲਦਿਆਂ ਸੁਣਦਿਆਂ ਨੇਕਾਂ ਭੁੱਲਾਂ ਹੋਈਆਂ ਬਖਸ਼ ਲੈਣਾ। ਜੋ ਸੁਣਿਆ ਜੋ ਸੁਣਾਇਆ ਆਪਾਂ ਸਾਰੇ ਆਪਣੇ ਜੀਵਨ ਵਿੱਚ ਕਮਾ ਸਕੀਏ। ਆਓ ਇੱਕ ਵਾਰ ਗੁਰੂ ਨਾਨਕ ਸਾਹਿਬ ਨੂੰ ਹਾਜ਼ਰ ਜਾਣ ਕੇ ਸ਼ਬਦ ਦਾ ਜਾਪ ਕਰਕੇ ਸਤਿਗੁਰਾਂ ਤੋਂ ਖਿਮਾ ਦੇ ਜਾਚਕ ਹੋ ਕੇ ਫਤਿਹ ਦੀ ਸਾਂਝ ਪਾਈਏ। ਸਾਰੀ ਪਿਆਰ ਦੇ ਨਾਲ ਗੱਜ ਕੇ ਪੜੋ ਜੀ। ਹੇ ਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, हे पूरन हे सर्ब मैं दुख भंजन, हे संगी हे निरंकार, हे निर्गुण सब टेक,
हे गोविंद हे गुण निधान जाकै सदा विवेक, हे अपरंपर हर हरे है पी होवनहार, हे संत के सदा संग निधारा आधार, हे ठाकुर हों दासरो मैं निर्गुण गुण नहीं कोय, नानक दीजै नाम दान राखो हियै परोए, आए प्रभ शरणागति किरपा निध दयाल, एक अखर हर मन बसत नानक होत निहाल, कथा निता प्रत होत है सुनो सो सिंह सुजान, नानक गुरु गोबिंद सिंह जी सदा करें कल्याण, नानक गुरु गोबिंद सिंह जी सदा करें कल्याण। वाहिगुरु जी का खालसा वाहिगुरु जी की फतेह।